Hey there, this is Simran from Simran IELTS Academy. Welcome to my YouTube channel. So ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਪੀਕਿੰਗ ਇੰਟਰਵਿਊ ਦੇ ਵਿੱਚ ਵੱਧ ਤੋਂ ਵੱਧ ਬੈਂਡ ਸਕੋਰ ਕਿੱਦਾਂ ਸਕੋਰ ਕਰ ਸਕੀਏ। ਯੂਜੂਅਲੀ ਮੈਜੋਰਿਟੀ ਆਫ ਸਟੂਡੈਂਟਸ ਦੀ ਇੱਕ ਕਾਮਨ ਪ੍ਰੋਬਲਮ ਹੁੰਦੀ ਹੈ, ਜਦੋਂ ਵੀ ਉਹ ਐਗਜ਼ਾਮ ਦੇ ਵਿੱਚ ਜਾਂਦੇ ਨੇ ਐਂਡ ਸਪੀਕਿੰਗ ਇੰਟਰਵਿਊ ਦੇ ਕੇ ਆਉਂਦੇ ਨੇ ਤਾਂ ਜ਼ਿਆਦਾਤਰ ਸਟੂਡੈਂਟ ਦਾ ਫੀਡਬੈਕ ਹੁੰਦਾ ਹੈ ਕਿ ਉਹਨਾਂ ਦੀ ਸਪੀਕਿੰਗ ਬਹੁਤ ਹੀ ਜ਼ਿਆਦਾ ਵਧੀਆ ਹੋਈ ਹੈ, ਬਟ ਜਦੋਂ ਐਗਜ਼ਾਮ ਦਾ ਰਿਜ਼ਲਟ ਆਉਂਦਾ ਦੇ ਹਾਰਡਲੀ ਸਕੋਰ 5.5 ਔਰ 6 ਬੈਂਡ ਸਕੋਰ। ਸੋ ਅਗਰ ਆਪਾਂ ਸਪੀਕਿੰਗ ਦੇ ਵਿੱਚੋਂ ਬੈਂਡ ਸਕੋਰ ਨੂੰ ਇੰਪਰੂਵ ਕਰਨਾ ਹੈ ਤਾਂ ਆਪਾਂ ਨੂੰ ਐਗਜ਼ਾਮੀਨਰ ਦਾ ਐਕਚੁਅਲ ਕ੍ਰਾਈਟੇਰੀਆ ਪਤਾ ਹੋਣਾ ਚਾਹੀਦਾ ਹੈ ਕਿ ਐਗਜ਼ਾਮੀਨਰ ਤੁਹਾਡੀ ਸਪੀਕਿੰਗ ਦੇ ਵਿੱਚ ਕਿਸ ਚੀਜ਼ ਕਿਸ ਬੇਸ ਦੇ ਉੱਤੇ ਜੱਜ ਕਰ ਰਿਹਾ ਐਂਡ ਕਿੱਦਾਂ ਉਹ ਤੁਹਾਨੂੰ ਅਸੈਸ ਕਰ ਰਿਹਾ ਔਨ ਯਰ ਬੈਂਡ ਸਕੋਰ। ਸੋ ਉਹਨਾਂ ਨੂੰ ਅੰਡਰਸਟੈਂਡ ਕਰਨ ਦੇ ਲਈ ਟੁਡੇ ਆਈ ਵਿਲ ਗਿਵ ਯੂ 3 essential tips to improve your speaking band score. So tip number 1, you can pause to think. ਮੋਸਟ ਆਫ ਦਾ ਜਿਹੜੇ ਆਇਲਸ ਟ੍ਰੇਨਰ ਹੁੰਦੇ ਨੇ ਉਹ ਸਟੂਡੈਂਟਸ ਨੂੰ ਇੱਕ ਕਾਮਨ ਫੀਡਬੈਕ ਦਿੰਦੇ ਨੇ ਕਿ ਤੁਸੀਂ ਪੌਜ਼ਸ ਨਹੀਂ ਲੈਣੇ, ਬਟ ਦੈਟਸ ਕੰਪਲੀਟਲੀ ਰੋਂਗ। ਇੱਕ ਹੁੰਦੀ ਹੈ ਨੈਚੁਰਲ ਹੈਜ਼ਿਟੇਸ਼ਨ ਐਂਡ ਇੱਕ ਹੁੰਦੀ ਹੈ ਅਨਨੈਚੁਰਲ ਹੈਜ਼ਿਟੇਸ਼ਨ। ਨੈਚੁਰਲ ਹੈਜ਼ਿਟੇਸ਼ਨ ਦਾ ਮਤਲਬ ਹੈ ਕਿ ਕੋਈ ਕੁਐਸਚਨ ਤੁਸੀਂ ਪਹਿਲਾਂ ਸੁਣਿਆ ਨਹੀਂ ਹੈ ਜਾਂ ਕਿਸੇ ਕੁਐਸਚਨ ਬਾਰੇ ਤੁਹਾਨੂੰ ਪਹਿਲਾਂ ਕੋਈ ਵੀ ਆਈਡੀਆ ਨਹੀਂ ਹੈ, ਯੂ ਆਰ ਨਾਟ ਫੈਮਿਲਰ ਵਿਦ ਅ ਪਰਟੀਕੂਲਰ ਟਰਮ, ਤਾਂ ਉਸ ਟਾਈਮ ਦੇ ਉੱਤੇ ਇੰਸਟੈਡ ਆਫ ਗਿਵਿੰਗ ਰੋਂਗ ਆਨਸਰ ਤੁਸੀਂ ਥੋੜਾ ਟਾਈਮ ਲੈ ਕੇ ਉਸ ਕੁਐਸਚਨ ਨੂੰ ਸੁਣ ਕੇ ਸਮਝ ਕੇ ਉਸ ਤੋਂ ਬਾਅਦ ਉਹਦਾ ਆਨਸਰ ਦੇ ਸਕਦੇ ਹੋ, ਰਾਈਟ। ਬਟ ਉਸ ਟਾਈਮ ਦੇ ਉੱਤੇ ਤੁਹਾਨੂੰ ਕੰਪਲੀਟਲੀ ਬਲੈਂਕ ਨਹੀਂ ਹੋਣਾ। ਪੌਜ਼ ਨੂੰ ਅਵੋਇਡ ਕਰਨ ਦੇ ਲਈ ਜਿਵੇਂ ਸਪੋਜ਼ ਐਗਜ਼ਾਮੀਨਰ ਨੇ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਤਾਂ ਤੁਸੀਂ ਇੱਕ ਪੌਜ਼ ਨੂੰ ਫਰੇਜ਼ ਦੇ ਨਾਲ ਅਵੋਇਡ ਕਰ ਸਕਦੇ ਹੋ, ਲਾਈਕ ਯੂ ਕੈਨ ਸੇ ਦੈਟਸ ਐਨ ਇੰਟਰਸਟਿੰਗ ਕੁਐਸਚਨ, ਔਰ ਯੂ ਕੈਨ ਆਲਸੋ ਸੇ ਲੈਟ ਮੀ ਗਿਵ ਸਮ ਟਾਈਮ ਟੂ ਥਿੰਕ ਅਬਾਊਟ ਦੈਟ, ਔਰ ਯੂ ਕੈਨ ਆਲਸੋ ਸੇ ਆਈ ਹੈਵ ਨੈਵਰ ਥੌਟ ਅਬਾਊਟ ਇਟ ਬਿਫੋਰ, ਬਟ ਯੂ ਕੈਨ ਲਾਈਕ ਫਿਲ ਦਿਸ ਪੌਜ਼ਸ ਵਿਦ ਇਨਫ ਫਰੇਜ਼ਸ ਨੂੰ ਯੂਜ਼ ਕਰਕੇ ਤੁਸੀਂ ਇਹਨਾਂ ਪੌਜ਼ਸ ਨੂੰ ਫਿਲ ਕਰ ਸਕਦੇ ਹੋ। ਐਂਡ pauses lena definitely good instead of giving a wrong answer, so you can pause before giving an answer. So that's tip number 1. Another essential tip is that you don't have to use the fillers, right? Sometimes hunda hai ki aapa na kuch fillers use karte hain, like I said, like, then yes, yeah, well ਜਿਹੜਾ ਫਿਲਰ ਹੈ ਉਹ ਤਾਂ ਬਹੁਤ ਹੀ ਸਟੂਡੈਂਟ ਬਹੁਤ ਜ਼ਿਆਦਾ ਰੈਪੀਟੇਟਿਵਲੀ ਯੂਜ਼ ਕਰਦੇ ਨੇ, ਬਟ ਇਹ ਫਿਲਰਸ ਨੂੰ ਯੂਜ਼ ਕਰਨ ਦਾ ਮਤਲਬ ਕੀ ਹੈ ਕਿ ਤੁਸੀਂ ਜੋ ਵੀ ਕੰਟੈਂਟ ਬੋਲ ਰਹੇ ਹੋ ਤੁਸੀਂ ਉਸ ਕੰਟੈਂਟ ਨੂੰ ਬਣਾ ਨਹੀਂ ਪਾ ਰਹੇ, ਮੀਨਸ ਯੂ ਆਰ ਨਾਟ ਏਬਲ ਟੂ ਕਲੈਰੀਫਾਈ ਦੈਟ ਕੰਟੈਂਟ ਟੂ ਦ ਐਗਜ਼ਾਮੀਨਰ। ਤੇ ਤੁਸੀਂ ਅਗਰ ਤੁਸੀਂ ਐਗਜ਼ਾਮੀਨਰ ਦੇ ਸਾਹਮਣੇ ਆਪਣੇ ਕੌਨਫੀਡੈਂਸ ਨੂੰ ਸ਼ੋ ਕਰਨ ਦੇ ਲਈ ਇੰਸਟੈਡ ਆਫ ਹੈਵਿੰਗ ਐਨੀ ਕੰਟੈਂਟ ਤੁਸੀਂ ਇਹਨਾਂ ਫਿਲਰਸ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਹੋ, ਰਾਈਟ। ਇੰਸਟੈਡ ਆਫ ਯੂਜ਼ਿੰਗ ਦ ਫਿਲਰਸ ਤੁਸੀਂ ਥੋੜੇ ਫਰੇਜ਼ਸ ਯੂਜ਼ ਕਰਕੇ ਆਪਣੇ ਜਿਹੜਾ ਪੌਜ਼ ਵਾਲਾ ਟਾਈਮ ਹੈ ਉਹਨੂੰ ਕਲੀਅਰ ਕਰ ਸਕਦੇ ਹੋ। ਅਗਰ ਤੁਸੀਂ ਇਹ ਫਿਲਰਸ ਯੂਜ਼ ਕਰ ਰਹੇ ਹੋ ਤਾਂ ਇਹ ਡੈਫੀਨੇਟਲੀ ਇੱਕ ਨੈਗੇਟਿਵ ਇੰਪ੍ਰਿੰਟ ਪਾਉਂਦਾ ਹੈ ਐਗਜ਼ਾਮੀਨਰ ਦੇ ਥਾਟ ਦੇ ਉੱਤੇ, ਥਾਟ ਪ੍ਰੋਸੈਸ ਦੇ ਉੱਤੇ, ਐਂਡ ਜਿਵੇਂ ਉਹਨੇ ਤੁਹਾਡੀ ਸਪੀਕਿੰਗ ਨੂੰ ਅਸੈਸ ਕਰਨਾ ਹੈ, ਐਂਡ ਦੈਟ ਵੁੱਡ ਡੈਫੀਨੇਟਲੀ badly influence your final band score. So ਕਦੀ ਵੀ ਤੁਸੀਂ fillers ਨੂੰ use ਨਹੀਂ ਕਰਨਾ, and I would definitely say avoid using fillers. So tip number 3, you should not worry about your accent. ਕਈ ਵਾਰ ਕੀ ਹੁੰਦਾ ਹੈ ਬਹੁਤ ਸਾਰੇ ਸਟੂਡੈਂਟਸ ਕਿ ਆਪਣੀ ਇੰਗਲਿਸ਼ ਨੂੰ ਇੰਪਰੋਵਾਈਜ਼ ਕਰਨ ਦੇ ਲਈ ਜਾਂ ਇੰਪਰੂਵ ਕਰਨ ਦੇ ਲਈ ਇੱਕ ਫੇਕ ਐਕਸੈਂਟ ਨੂੰ ਆਪਟ ਕਰ ਲੈਂਦੇ ਨੇ, ਰਾਈਟ। ਉਹ ਐਕਸੈਂਟ ਬੋਲਦੇ ਨੇ ਜੋ ਉਹ ਫੋਰਨਰਸ ਤੋਂ ਸੁਣਦੇ ਨੇ, ਬਟ ਕਦੀ ਵੀ ਇੰਡੀਅਨਸ ਫੋਰਨਰਸ ਵਾਲੇ ਐਕਸੈਂਟ ਨੂੰ ਆਪਟ ਨਹੀਂ ਕਰ ਸਕਦੇ। ਐਂਡ ਜਿਹੜੇ ਐਗਜ਼ਾਮੀਨਰਸ ਹੁੰਦੇ ਨੇ ਉਹਨਾਂ ਨੂੰ ਇੱਕ ਵਾਈਡ ਵੈਰਾਈਟੀ ਆਫ ਐਕਸੈਂਟਸ ਨੂੰ ਅੰਡਰਸਟੈਂਡ ਕਰਨ ਦੀ ਨੌਲੇਜ ਹੁੰਦੀ ਹੈ। ਕਿਤੇ ਵੀ ਨਹੀਂ ਲਿਖਿਆ ਕਿ ਅਗਰ ਤੁਸੀਂ ਬ੍ਰਿਟਿਸ਼ ਐਕਸੈਂਟ ਨੂੰ ਆਪਟ ਕਰੋਗੇ ਜਾਂ ਅਮਰੀਕਨ ਐਕਸੈਂਟ ਨੂੰ ਆਪਟ ਕਰੋਗੇ ਤਾਂ ਤੁਹਾਨੂੰ ਵੱਧ ਬੈਂਡ ਸਕੋਰ ਮਿਲਣਗੇ। ਤੁਹਾਡੀ ਸਪੀਕਿੰਗ ਜਿਹੜਾ ਟੈਸਟ ਹੈ ਆਇਲਸ ਦਾ ਉਹ ਐਗਜ਼ਾਮੀਨਰ ਨੇ ਇਵੈਲੂਏਟ ਕਰਨਾ ਹੈ, AI ਮੀਨਸ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਵੈਲੂਏਟ ਨਹੀਂ ਕਰਨਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੇਸ ਦੇ ਵਿੱਚ ਸਿਰਫ ਇੱਕ ਬੇਸ ਦੇ ਉੱਤੇ, ਮੀਨਸ ਜੋ ਵੀ ਆਪਾਂ ਉਸ ਸੌਫਟਵੇਅਰ ਨੂੰ ਕਮਾਂਡ ਦੇਵਾਂਗੇ ਉਹ ਸਿਰਫ ਉਸੇ ਐਕਸੈਂਟ ਨੂੰ ਆਪਟ ਕਰੂਗਾ ਜਾਂ ਉਸੇ ਐਕਸੈਂਟ ਨੂੰ ਅੰਡਰਸਟੈਂਡ ਕਰੂਗਾ। ਬਟ ਜਦੋਂ ਐਗਜ਼ਾਮੀਨਰਸ ਦੀ ਗੱਲ ਆਉਂਦੀ ਹੈ ਤਾਂ ਐਗਜ਼ਾਮੀਨਰਸ ਨੂੰ ਹਰ ਇੱਕ ਐਕਸੈਂਟ ਨੂੰ ਅੰਡਰਸਟੈਂਡ ਕਰਨ ਦੀ ਅਬਿਲਿਟੀ ਹੁੰਦੀ ਹੈ। ਅਗਰ ਤੁਸੀਂ ਆਪਣੇ ਐਕਸੈਂਟ ਤੋਂ ਬਾਹਰ ਜਾ ਕੇ 2 ਜਾਂ 3 ਵਰਡ ਐਵੇਂ ਯੂਜ਼ ਕਰੋਗੇ ਜਿਸ ਦੇ ਨਾਲ ਤੁਹਾਡਾ ਐਕਸੈਂਟ ਤੁਹਾਨੂੰ ਲੱਗਦਾ ਕਿ ਇੰਪਰੋਵਾਈਜ਼ ਹੋਏਗਾ, ਉਹ ਇੱਕ ਫੇਕ ਐਕਸੈਂਟ ਦੀ ਤਰ੍ਹਾਂ ਹੀ ਕਾਊਂਟ ਹੋਏਗਾ। ਸਪੋਜ਼ ਤੁਸੀਂ ਬੋਲ ਰਹੇ ਹੋ, ਤੁਸੀਂ ਹੱਦ ਤੋਂ ਹੱਦ ਹਾਰਡਲੀ ਯੂ ਕੈਨ ਸਪੀਕ ਓਨਲੀ 4 to 5 ਵਰਡਸ ਇਨ ਅ ਡਿਫਰੈਂਟ ਐਕਸੈਂਟ। ਉਹਦੇ ਨਾਲ ਕੀ ਹੈ ਤੁਹਾਡੀ ਸਪੀਕਿੰਗ ਇੰਪਰੂਵ ਹੋਣ ਦੀ ਬਜਾਏ ਬਹੁਤ ਹੀ ਜ਼ਿਆਦਾ ਬੁਰੀ ਦਿਖੇਗੀ, ਮੀਨਸ ਐਗਜ਼ਾਮੀਨਰ ਸੋਚੇਗਾ ਕਿ ਤੁਸੀਂ ਆਪਣੀ ਸਪੀਕਿੰਗ ਨੂੰ ਜਸਟ ਇੰਪਰੂਵ ਕਰਨ ਦੇ ਲਈ ਇੱਕ ਫੇਕ ਐਕਸੈਂਟ ਨੂੰ ਆਪਟ ਕਰ ਰਹੇ ਹੋ। ਸੋ ਕਦੀ ਵੀ ਤੁਸੀਂ ਫੇਕ ਐਕਸੈਂਟ ਨੂੰ ਆਪਟ ਨਹੀਂ ਕਰਨਾ, ਐਂਡ ਯੂ ਡੂ ਨਾਟ ਨੀਡ ਟੂ ਵਰੀ ਅਬਾਊਟ ਯੂਰ ਐਕਸੈਂਟ। ਆਪਣਾ ਨਾਰਮਲ ਐਕਸੈਂਟ ਹੀ ਰੱਖੋ ਤੇ ਉਹਦੇ ਵਿੱਚ ਗੁੱਡ ਪ੍ਰੋਨਾਂਸੀਏਸ਼ਨ ਦੇ ਨਾਲ, ਗੁੱਡ ਕਮਾਂਡ ਓਵਰ ਕਮਿਊਨੀਕੇਸ਼ਨ ਦੇ ਨਾਲ ਤੁਸੀਂ ਆਪਣੇ ਸਕੋਰ ਨੂੰ ਇੰਪਰੂਵ ਕਰ ਸਕਦੇ ਹੋ। ਇਹਨਾਂ ਸਭ ਚੀਜ਼ਾਂ ਦੀ ਪ੍ਰੈਕਟਿਸ ਕਰਨ ਦੇ ਲਈ ਦੇਰ ਇਜ਼ ਵਨ ਟੈਕਨੀਕ, ਤੁਸੀਂ ਆਪਣੇ ਕਿਸੇ ਵੀ ਫਰੈਂਡ ਦੇ ਨਾਲ ਕਮਿਊਨੀਕੇਟ ਕਰੋ। ਅਗਰ ਤੁਹਾਡੇ ਐਕਸੈਂਟ ਨੂੰ ਅੰਡਰਸਟੈਂਡ ਕਰਦੇ ਹੋਏ ਉਸ ਫਰੈਂਡ ਨੂੰ ਸਭ ਕੁਝ ਸਮਝ ਆ ਰਿਹਾ ਹੈ, ਐਂਡ ਅਗਰ ਜੋ ਵੀ ਤੁਸੀਂ ਵਰਡਸ ਬੋਲ ਰਹੇ ਹੋ ਉਹਨੂੰ ਪ੍ਰੋਪਰਲੀ ਅੰਡਰਸਟੈਂਡ ਹੋ ਰਹੇ ਨੇ, ਮੀਨਸ ਤੁਹਾਡੀ ਪ੍ਰੋਨਾਂਸੀਏਸ਼ਨ ਵੀ ਸਹੀ ਹੈ ਐਂਡ ਤੁਹਾਡਾ ਫਲੂਐਂਸੀ ਐਂਡ ਐਕਸੈਂਟ ਵੀ ਸਹੀ ਹੈ, ਰਾਈਟ। ਸੋ ਇਹਨਾਂ ਟਿਪਸ ਨੂੰ ਫੋਲੋ ਕਰਦੇ ਹੋਏ ਯੂ ਵਿਲ ਬੀ ਡੈਫੀਨੇਟਲੀ ਏਬਲ ਟੂ ਸਕੋਰ
ਮੋਰ ਦੈਨ 7 ਬੈਂਡ ਸਕੋਰ ਐਂਡ ਆਪਣੇ ਆਪ ਦੀਆਂ ਤੁਹਾਨੂੰ ਗਲਤੀਆਂ ਵੀ ਪਤਾ ਲੱਗਣਗੀਆਂ। ਸਪੋਜ਼ ਅਗਰ ਤੁਸੀਂ ਫਸਟ ਐਗਜ਼ਾਮ ਦੇ ਵਿੱਚ 5.5 ਸਕੋਰ ਕੀਤਾ ਹੈ ਤਾਂ ਅਗਰ ਤੁਸੀਂ ਸਿਰਫ ਇਹ 2-3 ਗੱਲਾਂ ਦਾ ਧਿਆਨ ਰੱਖ ਲਓਗੇ ਤਾਂ ਯੂ ਵਿਲ ਡੈਫੀਨੇਟਲੀ ਵਿਲ ਬੀ ਏਬਲ ਟੂ ਸਕੋਰ ਲਾਈਕ 6 ਔਰ 6 ਪਲੱਸ ਬੈਂਡ ਸਕੋਰ, ਰਾਈਟ। ਸੋ ਆਈ ਹੋਪ ਤੁਹਾਨੂੰ ਇਹ ਅੰਡਰਸਟੈਂਡ ਹੋ ਗਿਆ ਹੋਏਗਾ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਡੂ ਸਬਸਕ੍ਰਾਈਬ ਮਾਈ YouTube ਚੈਨਲ ਐਂਡ ਕੀਪ ਅਪਡੇਟਡ ਵਿਦ ਦ ਨਿਊ ਵੀਡੀਓਜ਼। ਥੈਂਕ ਯੂ, ਆਲ ਦ ਬੈਸਟ।